जी सत श्री अकाल आदाब। मैं हाँ तुहाडा अपना होस्ट शाहिद शब्बीर बाबा जी और एक बारी फिर आ गया मैं कटास राज टैंपल्स दे उत्ते। आज कटास राज टैंपल दे उत्ते एक खास तुहाडे लई न्यूज़ है, वो अगे चलांगे ते तुहानूं असीं दिखावांगे। तुसीं देख रहे हो रेडियो साडे वाला 87.8 FM ऑकलैंड न्यूजीलैंड तो ये तुसी उचेची रिपोर्ट एक खास रिपोर्ट देख रहे हो। उम्मीद है कि तुसी किताबां च पढ़ी होएगी लेकिन अपने कदी भी तुसी जिहड़ी है वो वीडियो रूप दे विच नहीं देखी होएगी। अज तुहानूं असीं दिखाउण लई जा रहे हैं कटास राज ते तुसी देखिया ही होया है। ਇੱਥੇ ਦੇ ਤੁਸੀਂ ਪਾਂਡਵਾਸ ਦੇ ਟੈਂਪਲਸ ਕੇਵਸ ਤੇ ਦੇਖੀਆਂ ਹੀ ਹੋਈਆਂ ਨੇ, ਲੇਕਿਨ ਖਾਲਸਾ ਪੰਥ ਨਾਲ ਇੱਥੇ ਕੀ ਜੁੜਿਆ ਹੋਇਆ ਆਪਾਂ ਉਹਦੇ ਤੇ ਥੋੜੀ ਜਿੰਨੀ ਹਾਈਲਾਈਟਸ ਪਹਿਲੇ ਵੀ ਦਿੱਤੀਆਂ ਹੋਈਆਂ ਨੇ ਤੁਹਾਨੂੰ, ਲੇਕਿਨ ਚੱਲ ਕੇ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਇੱਕ ਬਹੁਤ ਹੀ ਤਾਰੀਖੀ ਅਕਾਊਂਟ ਸਾਡੇ ਹੱਥ ਲੱਗਾ ਤੇ ਉਸ ਤਾਰੀਖੀ ਅਕਾਊਂਟ ਦਾ ਜਿਹੜਾ ਰੈਫਰੈਂਸ ਹੈ ਉਹਨੂੰ ਦੇ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਾਂ ਕੀ ਅੱਜ ਦਿਖਾਉਣ ਲਈ ਚਾਹ ਰਹੇ ਹਾਂ। ਆਓ ਚੱਲਦੇ ਹਾਂ। ਜਿਹੜਾ ਕਟਾਸ ਰਾਜ ਹੈ पहले ये आर्कियोलॉजिकल डिपार्टमेंट के कोल सी, तकरीबन कोई 6 महीने हो गए ने। इहदा चार्ज जिहड़ा आ गया वो आ गया इवाक्यू ट्रस्ट प्रॉपर्टी बोर्ड कोल। जी हाँ जी, इवाक्यू ट्रस्ट प्रॉपर्टी बोर्ड कोल आ गया है और ये जिहड़े कह लो कि केयर टेकिंग जिहड़ी आ गई है वो इवाक्यू ट्रस्ट प्रॉपर्टी बोर्ड महकमा वकफ अमलाक हिंदू बोर्ड के अंडर आ चुका है और एक हिस्टोरिकल पॉइंट ऑफ व्यू के नाल उजागर करना है। ਇਹ ਬ੍ਰਿਜ ਜਿਹੜਾ ਇਹਨੂੰ ਗੌਰ ਨਾਲ ਤੁਸੀਂ ਦੇਖ ਲਵੋ ਤੇ ਮੇਰੇ ਸੱਜੇ ਪਾਸੇ ਅਗਰ ਤੁਸੀਂ ਦੇਖੋਗੇ ਤੇ ਤੁਹਾਨੂੰ ਉਹ ਪਿਕਚਰ ਨਜ਼ਰ ਆਏਗੀ ਜਿਹੜੀ ਕਿ ਭਾਈ ਡਨਾ ਸਿੰਘ ਨੇ 1931 ਤੋਂ 1934 ਦੀ ਯਾਤਰਾ ਦੇ ਵਿੱਚ ਇੱਥੇ ਦੀ ਫੋਟੋ ਖਿੱਚ ਕੇ ਲਾਈ ਔਰ ਪਿੱਛੇ ਉਹ ਜਿਹੜਾ ਸਥਾਨ ਤੁਹਾਨੂੰ ਨਜ਼ਰ ਆ ਰਿਹਾ ਜਿਹਨੂੰ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ 12 ਦੀਆਂ ਉਹਨਾਂ ਨੂੰ ਬਾਬਾ ਗੁਰੂ ਨਾਨਕ ਸਾਹਿਬ ਨਾਲ ਜੋੜਿਆ ਔਰ ਇੱਥੇ ਸੁਥਰਾ ਸ਼ਾਹੀ ਜਿਹੜੇ ਪੰਥ ਸੀ ਉਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਦਾ ਬੈਣ ਖਲੋਣ ਸੀ ਔਰ ਇੱਥੇ ਉਹ ਕੁੰਭ ਦੇ ਮੇਲੇ ਦੇ ਵਿੱਚ ਆਏ ਸੀ। ਤੇ ਤੁਹਾਨੂੰ ਥੋੜਾ ਜਿਹਾ ਪਹਿਲੇ ਦੱਸਦੇ ਚੱਲੀਏ ਕਿ ਭਾਈ ਧੰਨਾ ਸਿੰਘ ਕੌਣ ਸਨ। ਸਿੱਖ ਇਨਸਾਈਕਲੋਪੀਡੀਆ ਕਹਿੰਦਾ ਹੈ ਕਿ 1893 ਦੇ ਵਿੱਚ ਭਾਈ ਲਾਲ ਸਿੰਘ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਹੈ। 10 ਸਾਲ ਦੀ ਉਮਰ ਦੇ ਵਿੱਚ ਭਾਈ ਲਾਲ ਸਿੰਘ ਜਿਹੜੇ ਨੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ। ਡਨੋਰੀ ਪਿੰਡ ਹੈ ਉਹਨਾਂ ਦਾ ਔਰ ਸੰਗਰੂਰ मतलब कि हाल मुकाम जिहड़ा हिंदुस्तान दे विच है संगरूर है, उत्थे वो पैदा होए 10 साल की उम्र दे विच यतीम हुंदे ने और उस तो बाद रंजिंदरा अनाथ आश्रम दे विच वो पलदे ने। उत्थे ही उन्होंने एक गुरसिख मिलते हैं जिहड़ी कि सिख मत के मुतलक उन्होंने तालीम दिंदे ने और उत्थों वो भर्ती हो जाते हैं पढ़ लिख के कित्थे महाराजा पटियाला दे गिराज दे विच। उत्थे उन्होंने गुरु सिख होर मिलते हैं जिहड़े कि उन्होंने दसदे ने तीरथ यात्रा के मुतलक, उन्होंने ज्ञान दिंदे ने सिख हिस्टरी के मुतलक ते फिर वो उत्थों जाते हैं अपनी यात्रा करन वास्ते श्री हजूर साहिब। ਜਦੋਂ श्री हजूर साहब ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਇੱਕ ਹੋਰ ਗੁਰੂ ਸਿੱਖ ਮਿਲਦੇ ਨੇ ਜਿਹੜੇ ਕਿ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਔਰ ਉਹਨਾਂ ਨੂੰ ਹਿਸਟੋਰੀਕਲ ਮੋਨੂਮੈਂਟਸ ਜਿਹੜੇ ਨੇ ਉਹ ਬਿਹਾਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਔਰ ਬਾਕੀ ਜਿਹੜੀਆਂ ਉਸ ਵੇਲੇ ਦੀਆਂ ਸਟੇਟ ਸਨ ਉਹਨਾਂ ਦੇ ਵਿੱਚ ਜਿਹੜੇ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਔਰ ਹਿੰਦੂ ਮਤ ਦੇ ਲੋਕ ਜਾ ਕੇ ਬੈਠਦੇ ਰਹੇ ਨੇ, ਯੋਗੀਸ ਬੈਠਦੇ ਰਹੇ ਨੇ, ਜੋਗੀਸ ਬੈਠਦੇ ਰਹੇ ਨੇ, ਪੰਡਿਤਸ ਬੈਠਦੇ ਰਹੇ ਨੇ, ਪਾਂਡਵਾਸ ਦੀ ਜਗ੍ਹਾ ਹੋ ਗਈ। ਇਹ ਸਾਰੀਆਂ ਮਤਲਬ ਕਿ ਯਾਨੀ ਕਿ ਹਿੰਦੂ ਸਿੱਖ ਨਾਲ ਰਿਲੇਟਡ ਜਿੰਨੀਆਂ ਵੀ ਹਿਸਟੋਰੀਕਲ ਪਲੇਸਿਸ ਸਨ ਉੱਥੇ ਜਾ ਕੇ ਭਾਈ ਧੰਨਾ ਸਿੰਘ ਨੇ ਜਿਹੜੀ ਸੀ ਉਹ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਬਲਕਿ ਉਹਨਾਂ ਨੇ 8 ਡਾਇਰੀਆਂ ਲਿਖੀਆਂ, ਆਪਣੀਆਂ 8 ਡਾਇਰੀਆਂ ਲਿਖੀਆਂ। ਉਹਨਾਂ ਦੀ ਡਾਇਰੀਆਂ ਜਿਹੜੀਆਂ ਨੇ 8 ਡਾਇਰੀਆਂ ਜਿਹੜੀਆਂ ਨੇ ਇਸ ਵੇਲੇ UK ਦੇ ਵਿੱਚ ਮੌਜੂਦ ਨੇ। ਆਪਣੇ ਗਰੁੱਪ ਵੀਰ ਨੇ ਜਿਹੜੇ ਕਿ ਵੀਰ ਇੰਦਰਜੀਤ ਸਿੰਘ ਨੇ, ਉਹਨਾਂ ਨੇ ਇਸ ਬਾਰੇ ਪੂਰੀ ਖੋਜ ਕੀਤੀ ਔਰ ਭਾਈ ਧੰਨਾ ਸਿੰਘ ਜਿਹੜੇ ਨੇ ਉਹਨਾਂ ਦੀ ਫੈਮਿਲੀ ਨਾਲ ਵੀ ਰਾਬਤਾ ਕੀਤਾ। ਉਹਨਾਂ ਨੇ ਇਸ ਜਗ੍ਹਾ 'ਤੇ ਖਲੋ ਕੇ ਜਿੱਥੋਂ ਸਾਡਾ ਕੈਮਰਾਮੈਨ ਖਲੋਤਾ ਹੋਇਆ ਇਸ ਜਗ੍ਹਾ ਤੋਂ ਇੱਕ ਪੋਰਟਰੇਟ ਲਿਆ ਹੋਇਆ ਟਾਲੀਆਂ ਦੀ ਓਟ ਦੇ ਵਿੱਚ। ਇਹ ਬਾਰਾਦਰੀ ਜਿਹੜੀ ਹੈ ਧੁੰਦਲੀ ਜੀ ਦਿਖ ਰਹੀ ਹੈ, ਇਹ ਬ੍ਰਿਜ ਵੀ ਨਜ਼ਰ ਆ ਰਿਹਾ। ਉੱਥੇ ਉਹਨਾਂ ਨੇ ਕਿਹਾ ਕਿ ਇੱਥੇ ਜਦੋਂ ਮੈਂ ਆਇਆ ਵਾਂ ਤੇ ਇਹ ਬਾਰਾਦਰੀ ਖਾਲੀ ਸੀ, ਪਰ ਦੱਸਿਆ ਜਾਂਦਾ ਕਿ ਇੱਥੇ ਸੁਥਰਾ ਸ਼ਾਹੀ ਜਿਹੜੇ ਨੇ, ਠੀਕ ਹੈ ਜੀ, ਸੁਥਰਾ ਸ਼ਾਹੀ ਦਾਸਪੰਥੀ ਜਿਹੜੇ ਲੋਕ ਸਨ ਉਹ ਇੱਥੇ ਬੈਠਦੇ ਸਨ। ਇੱਥੋਂ ਸਾਬਤ ਹੋ ਗਿਆ ਕਿ ਉਹਨਾਂ ਨੇ ਹਿਸਟੋਰੀਕਲ ਅਕਾਊਂਟ ਜਿਹੜੇ ਮੈਂਸ਼ਨ ਕੀਤੇ ਹੋਏ ਨੇ ਉਹਨਾਂ ਦੀ ਕਿਤਾਬ ਅਗਰ ਤੁਸੀਂ ਦੇਖੋ ਭਾਈ ਧੰਨਾ ਸਿੰਘ ਤੀਰਥ ਯਾਤਰਾ ਔਨ ਸਾਈਕਲ, ਅਗਰ ਉਹ ਤੁਸੀਂ ਦੇਖੋ ਤੇ ਉਹ 940 ਪੇਜਿਸ ਦੇ ਉੱਤੇ ਛਪੀ ਹੋਈ ਇੱਕ ਕਿਤਾਬ ਹੈ ਜਿਹੜੀ ਕਿ ਇੰਗਲੈਂਡ ਤੋਂ ਛਪੀ ਹੈ
ਆਪਾਂ ਉਹਨਾਂ ਦੇ ਪੰਨੇ ਜਿਹੜੇ ਨੇ ਤੁਹਾਨੂੰ ਦਿਖਾ ਵੀ ਰਹੇ ਹਾਂ, ਨਾਲ ਦੀ ਨਾਲ ਹਿਸਟਰੀ ਵੀ ਤੁਹਾਨੂੰ ਨਾਲ ਨਾਲ ਦਿਖਾਵਾਂਗੇ। ਤੁਸੀਂ ਸਾਡੇ ਵੈਬ ਪੇਜ ਦੇ ਉੱਤੇ ਤੁਸੀਂ ਦੇਖੋਗੇ, ਤੁਹਾਨੂੰ ਬਕਾਇਦਾ ਤੌਰ ਤੇ ਉੱਤੇ ਉਹਨਾਂ ਦੀ ਫੋਟੋ, ਕਿਤਾਬ ਦਾ ਟਾਈਟਲ ਔਰ ਉਹ ਸਾਰਾ ਕੁਝ ਤੁਹਾਨੂੰ ਦਿਖ ਵੀ ਰਿਹਾ ਹੋਏਗਾ। ਤੇ ਉਹਨਾਂ ਨੇ ਇਸ ਜਗ੍ਹਾ ਦੇ ਬਾਰੇ 'ਚ ਜਿਹੜਾ ਹੈ ਉਹ ਕਿਹਾ ਗਿਆ ਹੈ ਕਿ ਇਹ ਜਗ੍ਹਾ ਜਿਹੜੀ ਹੈ ਬਾਬਾ ਗੁਰੂ ਨਾਨਕ ਸਾਹਿਬ ਦੀ ਸਿਟਿੰਗ ਪਲੇਸ ਹੈ, ਅੰਮ੍ਰਿਤ ਕੁੰਡ ਦੇ ਬਿਲਕੁਲ ਕਿਨਾਰੇ ਚੜ੍ਹਦੇ ਵਾਲੇ ਪਾਸੇ ਜਿਹੜਾ ਹੈ ਉਹ ਉੱਥੇ ਬਾਬਾ ਜੀ ਆ ਕੇ ਬੈਠੇ ਸਨ। ਕਿਉਂਕਿ ਬਾਬਾ ਜੀ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਹਰ ਉਹ ਤਾਰੀਖੀ ਅਸਥਾਨ ਜਿਹਦੀ ਮਾਨਤਾ ਮੁਸਲਮਾਨਾਂ ਨਾਲ ਔਰ ਹਿੰਦੂਆਂ ਨਾਲ ਜੁੜੀ ਹੋਈ ਸੀ, ਉੱਥੇ ਜਾ ਕੇ ਬੈਠੇ ਸਨ। ਐਸੇ ਲਈ ਇਹ ਕੰਪਲੈਕਸ ਜਿਹੜਾ ਹੈ, ਤੁਸੀਂ ਅਗਰ ਦੇਖੋ ਤੇ ਰਾਈਟ ਸਾਈਡ ਦੇ ਉੱਤੇ ਤੁਸੀਂ ਦੇਖਦੇ ਹੋ ਤੇ ਤੁਹਾਡਾ ਰਾਈਟ ਸਾਈਡ ਤੇ ਅਗਰ ਤੁਹਾਡਾ ਦੇਖਦੇ ਹੋ ਤੇ ਉੱਥੇ ਜਨਰਲ ਹਰੀ ਸਿੰਘ ਨਲਵਾ ਦੀ ਹਵੇਲੀ ਵੀ ਹੈ। ਫਿਰ ਉਸ ਤੋਂ ਬਾਅਦ ਚਾਰੋਂ ਪਾਸੇ ਅਗਰ ਤੁਸੀਂ ਦੇਖਦੇ ਹੋ, ਕਟਾਸ ਰਾਜ ਦੇ ਡਿਫੈਂਸ ਪਾਲਿਸੀ, ਸਾਲਟ ਮਾਈਨ ਨੂੰ ਆਬਜ਼ਰਵ ਕਰਨ ਵਾਸਤੇ 4 ਚੌਕੀਆਂ ਡਿਫੈਂਸ ਪਾਲਿਸੀ ਜਿਹੜੀ ਹੈ ਮੇਰੀ YouTube ਪੇਜ ਦੇ ਉੱਤੇ ਤੁਸੀਂ ਮੁਕੰਮਲ ਤੌਰ ਤੇ ਦੇਖ ਸਕਦੇ ਹੋ ਕਿ ਜਨਰਲ ਹਰੀ ਸਿੰਘ ਨਲਵਾ ਨੇ ਸਾਲਟ ਮਾਈਨਸ ਦੀ ਰੈਵਨਿਊ ਕਿਸ ਤਰੀਕੇ ਨਾਲ ਕੰਟਰੋਲ ਕੀਤਾ। ਤੇ ਆਓ ਚੱਲਦੇ ਹਾਂ ਅੱਗੇ, ਅਸੀਂ ਤੁਹਾਨੂੰ ਮਜ਼ੀਦ ਭਾਈ ਟਨਾ ਸਿੰਘ ਬਾਰੇ ਦੱਸਦੇ ਹਾਂ ਕਿ ਉਹਨਾਂ ਨੇ ਤੀਰਥ ਯਾਤਰਾ ਦੇ ਦਰਮਿਆਨ ਕਿਹੜੀਆਂ ਗੱਲਾਂ ਜਿਹੜੀਆਂ ਨੇ ਹੋਰ ਐਕਸਪਲੋਰ ਕੀਤੀਆਂ ਸੀ ਜਾਂ ਦੱਸਿਆ ਸੀ। ਕਿ ਚੱਲਦੇ ਤੁਹਾਨੂੰ ਅਸੀਂ ਕਲੋਜ਼ ਵਿਊ ਦਿਖਾਉਂਦੇ ਹਾਂ ਬਾਰਾਦਰੀ ਦੇ। ਉੱਥੇ ਦੱਸਿਆ ਹੈ ਕਿ ਇਸ ਕੁੰਡ ਦੇ ਕੰਢੇ ਦੇ ਉੱਤੇ ਬੈਠ ਕੇ ਗਿਆਨ ਧਿਆਨ ਕੀਤਾ ਉਸ ਵੇਲੇ, ਔਰ ਬਾਬਾ ਜੀ ਇਸ ਜਗ੍ਹਾ ਦੇ ਉੱਤੇ ਆਏ। ਜਿਸ ਤਰ੍ਹਾਂ ਕਿ ਬਾਕੀ ਤੇ ਤੁਸੀਂ ਪਾਂਡਵਾ ਦੀ ਹਿਸਟਰੀ ਤੋਂ ਵੈਸੇ ਵੀ ਵਾਕਿਫ ਹੋ, ਬਟ ਇਹ ਇੱਕ ਕਹਿ ਲਵੋ ਕਿ ਅਸੀਂ ਕਾਫੀ ਤਾਰੀਖਦਾਨ ਕਹਿ ਲਓ, ਹਿਸਟੋਰੀਕਲ ਰਿਸਰਚਰ ਕਹਿ ਲਵੋ, ਕਾਫੀ ਦੇਰ ਤੋਂ ਅਸੀਂ ਫਿਰ ਰਹੇ ਸਾਂ, ਸਾਨੂੰ ਉਹ ਕਲੂ ਨਹੀਂ ਸੀ ਲੱਭ ਰਹੇ। ਲੇਕਿਨ ਥੈਂਕਸ ਟੂ ਸਿੱਖ ਇਨਸਾਈਕਲੋਪੀਡੀਆ ਔਰ ਥੈਂਕਸ ਭਾਈ ਧਨਾ ਸਿੰਘ, ਜਿਨ੍ਹਾਂ ਨੇ 1934 ਦੇ ਅਕਾਊਂਟ ਦੇ ਵਿੱਚ ਇਸ ਬਾਰਾਦਰੀ ਦੇ ਮੁਤਲਕ ਜਿਹੜਾ ਪੂਰੀ ਡਿਟੇਲ ਦਿੱਤੀ ਹੋਈ ਹੈ। ਤੇ ਬਾਕੀ ਰਹਿ ਗਈ ਗੱਲ, ਅਗਰ ਕਿਸੇ ਨੇ ਸਟੱਡੀ ਕਰਨੀ ਹੋਏ ਤਾਂ ਤੁਸੀਂ ਭਾਈ ਧਨਾ ਸਿੰਘ ਦਾ ਜਿਹੜਾ ਅਕਾਊਂਟ ਹੈ ਉਹਨੂੰ ਪੜ੍ਹ ਸਕਦੇ ਹੋ, ਜਿਹਦੇ 940 ਪੇਜਿਸ ਹਨ, 8 ਡਾਇਰੀਆਂ ਨੇ। ਠੀਕ ਹੈ ਜੀ। ਉਹਨਾਂ ਦੀ ਆਖਰੀ ਡਾਇਰੀ ਭਾਈ ਧਨਾ ਸਿੰਘ ਨਾਲ ਹੋਇਆ ਕਿ ਉਹ ਜਿਸ ਵੇਲੇ ਸਾਈਕਲ ਯਾਤਰਾ ਕਰ ਰਹੇ ਸੀ, ਬੰਨੂ ਜਿਸ ਵੇਲੇ ਪਹੁੰਚੇ ਤੇ ਉੱਥੇ ਗੁਰਸਿੱਖ ਦੇ ਘਰ ਉਹਨਾਂ ਨੇ ਠਹਿਰੇ। ਉਸ ਵੇਲੇ ਇੱਕ ਮੁਹਿੰਮ ਦਾ ਸੀ ਕਿ ਲੋਕ ਹਰ ਵੇਲੇ ਆਪਣੇ ਕੋਲ ਕੀ ਰੱਖਦੇ ਸੀ, ਆਪਣੀਆਂ ਬੰਦੂਕਾਂ ਜਿਹੜੀਆਂ ਸੀ ਬਰੂਦ ਨਾਲ ਭਰ ਕੇ ਰੱਖਦੇ ਹੁੰਦੇ ਸਨ। ਤੇ ਬਰੂਦਾਂ ਨਾਲ ਜਦੋਂ ਭਰ ਕੇ ਰੱਖਦੇ ਹੁੰਦੇ ਸਨ ਤੇ ਕਈ ਵਾਰੀ ਇਸ ਤਰੀਕੇ ਨਾਲ ਹੋ ਜਾਂਦਾ ਕਿ ਤੁਸੀਂ ਅਗਰ ਮਹਾ ਸਿੰਘ ਦੀ ਡੈਥ ਦਾ ਸਬਬ ਤੁਸੀਂ ਦੇਖ ਲਵੋ ਤੇ ਦਿਓਲੀ ਜਿਹੜਾ ਪਿੰਡ ਹੈ ਔਰ ਡੇਕ ਦੇ ਕਿਨਾਰੇ ਦੇ ਉੱਤੇ ਕਿਸ ਤਰ੍ਹਾਂ ਹੋਈ ਸੀ, ਇਸੇ ਤਰ੍ਹਾਂ ਹੀ ਹੋਈ ਸੀ ਕਿ ਉਹ ਬਰੂਦ ਫਟਿਆ, ਬੰਦੂਕ ਫਟ ਗਈ ਔਰ ਫੱਟਰ ਹੋਏ ਉਹਨਾਂ ਦੀ ਡੈਥ ਹੋ ਗਈ। ਸੇਮ ਜਿਹੜਾ ਵਰਤਿਆ ਉਹ ਕਿਹਦੇ ਨਾਲ ਵਰਤਿਆ, ਭਾਈ ਧਨਾ ਸਿੰਘ ਜੀ ਦੇ ਨਾਲ 1935 ਦੇ ਵਿੱਚ ਬੰਨੂ ਦੇ ਵਿੱਚ ਐਨ ਐਕਸੀਡੈਂਟਲੀ ਰਾਤ ਨੂੰ ਉਹ ਬਰੂਦ ਭਰ ਰਹੇ ਸਨ। ਉਸ ਸਵੇਰ ਜਿਹੜਾ ਕਹਿ ਲਵੋ ਤੁਸੀਂ ਕਿ ਉਹਨਾਂ ਦੀ ਬੰਦੂਕ ਸਿੱਧੀਆਂ ਕਰਦੇ ਹੋਏ ਉਹ ਚੱਲ ਗਈ ਔਰ ਉਹ ਫੱਟਰ ਹੋਏ, ਉਹਨਾਂ ਦੀ ਉੱਥੇ ਹੀ ਡੈਥ। ਜਿਹੜੀ 9th ਡਾਇਰੀ ਹੈ ਉਹਨਾਂ ਦੀ ਉਹ ਸਾਹਮਣੇ ਨਹੀਂ ਆਈ, ਬਟ 8 ਡਾਇਰੀਆਂ ਦੇ ਕਿਹੜੇ ਕਹਿ ਲਵੋ ਤੁਸੀਂ ਕਿ ਜਿੰਨੇ ਚੈਪਟਰ ਸਨ, ਜਿੰਨੀ ਜਗ੍ਹਾ ਦਾ ਉਹਨਾਂ ਨੇ ਤੀਰਥ ਕੀਤਾ ਸੀ, ਉਹਦੀ ਪੂਰੀ ਡਿਟੇਲ ਜਿਹੜੀ ਹੈ ਉਹਨਾਂ ਦੀ ਸਾਈਕਲ ਯਾਤਰਾ ਦੇ ਵਿੱਚ ਜਿਹੜੀ ਹੈ ਉਹ ਮੁਕੰਮਲ ਤੌਰ ਤੇ ਮੌਜੂਦ ਹੈ। ਤਾਂ ਹਰ ਉਹ ਪੰਜਾਬੀ ਹਿਸਟਰੀ ਲਵਰ ਜਿਹੜੀ ਪੰਜਾਬੀ ਤਾਰੀਖ ਨੂੰ ਪੜ੍ਹਨ ਵਾਲੇ ਲੋਕ ਨੇ ਉਹ ਜ਼ਰੂਰ ਇਸ ਚੀਜ਼ ਨੂੰ ਜਾਣਦੇ ਹੋਣਗੇ, ਕਿਉਂਕਿ ਭਾਈ ਜੀ ਦਾ ਅਕਾਊਂਟ ਜਿਹੜਾ 2016 ਦੇ ਵਿੱਚ UK ਤੋਂ ਪ੍ਰਿੰਟ ਹੋਇਆ। ਠੀਕ ਹੈ ਜੀ। ਜੋ ਲੋਕ ਤੇ UK ਔਰ ਬੈਠੇ ਹੋਏ ਨੇ ਯੂਰਪ ਵਿੱਚ, ਦੇ ਕੈਨ ਈਜ਼ੀਲੀ ਮਤਲਬ ਕਿ ਲੈ ਸਕਦੇ ਨੇ। ਅਗਰ ਫਿਰ ਵੀ ਜ਼ਿਆਦਾ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਭਾਈ ਅੰਦਰਜੀਤ UK ਵਾਲੇ ਜਿਹੜੇ ਨੇ ਆਪਣੇ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਦੇ ਉੱਤੇ ਜਾਂ ਦੀ ਹੈਰੀਟੇਜ ਆਫ ਦੀ ਪੰਜਾਬ ਜਾਂ ਪਿਆਰਾ ਨਨਕਾਣਾ ਸਾਹਿਬ, ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਉਹਨਾਂ ਕੋਲੋਂ ਮਾਲੂਮਾਤ ਲੈ ਸਕਦੇ ਹੋ। ਉਹਨਾਂ ਨੇ ਇਹਨਾਂ ਦੇ ਉੱਤੇ ਬਹੁਤ ਡੂੰਗੀ ਰਿਸਰਚ ਕੀਤੀ ਹੈ। ਉਹ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਹੋਰ ਐਸੇ ਬਾਰੇ ਦੱਸਦੇ ਹਾਂ। ਉਸ ਜਗ੍ਹਾ ਦੇ ਉੱਤੇ ਆ ਕੇ ਬੈਠ ਗਏ ਹਾਂ ਕਿ ਜਿਸ ਜਗ੍ਹਾ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਸਨ। ਤੇ ਦੇਖੋ, ਦੱਸਣ ਦਾ ਮਕਸਦ ਪਤਾ ਕੀ ਹੈ ਕਿ ਇਹ ਹਿਸਟੋਰੀਕਲ ਪਲੇਸ ਹੈ, ਕਿਉਂਕਿ ਸਾਧੂ ਸੰਤ ਫਕੀਰ ਕਿਸੇ ਦੀ ਕੋਈ ਜਗ੍ਹਾ ਮਖਸੂਸ ਨਹੀਂ ਸੀ ਹੁੰਦੀ। ਉਹਨਾਂ ਦਾ ਜਿੱਥੇ ਦਿਲ ਕਰਦਾ ਸੀ ਉੱਥੇ ਜਾ ਕੇ ਉਹ ਬੈਠ ਜਾਂਦੇ ਸਨ, ਗਿਆਨ ਧਿਆਨ ਕਰਦੇ ਸਨ। ਇਹ ਤਾਂ ਵੰਡੀ ਬਾਅਦ ਦੇ ਵਿੱਚ ਪਈ ਹੈ ਕਿ ਇਹ ਜਗ੍ਹਾ ਮੇਰੀ ਹੈ, ਇਹ ਜਗ੍ਹਾ ਤੇਰੀ ਹੈ। ਅਗਰ ਤੁਸੀਂ ਤਵਾਰੀਖ ਨੂੰ ਚੁੱਕ ਕੇ ਦੇਖੋ ਤੇ ਪਹਿਲੇ ਇੱਥੇ ਬੁੱਧਿਸਟ ਪਲੇਸ ਸੀ, ਫਿਰ ਉਸ ਤੋਂ ਬਾਅਦ ਪਾਂਡੂਆਸ ਵੀ ਇੱਥੇ ਆਏ, ਬਲਕਿ ਪਾਂਡੂਆਸ ਪਹਿਲੇ ਆਏ, ਫਿਰ ਬੁੱਧਿਸਟ ਹਿਸਟਰੀ ਵੀ ਇੱਥੇ ਮਿਲਦੀ ਹੈ। ਫਿਰ ਉਸ ਤੋਂ ਬਾਅਦ ਅਗਰ ਤੁਸੀਂ ਦੇਖਦੇ ਹੋ ਤੁਹਾਨੂੰ ਸਿੱਖ ਹਿਸਟਰੀ ਵੀ ਇੱਥੇ ਮਿਲਦੀ ਹੈ, ਬ੍ਰਿਟਿਸ਼ ਹਿਸਟਰੀ ਵੀ ਮਿਲਦੀ ਹੈ, ਮੁਸਲਿਮ ਹਿਸਟਰੀ ਵੀ ਮਿਲਦੀ ਹੈ ਔਰ ਐਂਸ਼ੀਅੰਟ ਮੁਸਲਿਮ ਹਿਸਟਰੀ ਵੀ ਇੱਥੇ ਮਿਲਦੀ ਹੈ। ਤਾਂ ਸੋ ਆਪਾਂ ਕਹਿ ਸਕਦੇ ਹਾਂ ਕਿ ਕੋਈ ਇੱਕ ਜਗ੍ਹਾ ਜਿਹੜੀ ਹੈ ਉਹ ਕਿਸੇ ਇੱਕ ਬੰਦੇ ਦੇ ਨਾਲ ਮਖਸੂਸ ਨਹੀਂ ਰਹਿੰਦੀ ਹੈ। ਜਿੱਦਾਂ ਕਿ ਬਾਬਾ ਗੁਰੂ ਨਾਨਕ ਸਾਹਿਬ 9 ਨਾਥਾਂ ਦੇ ਅਸਥਾਨ ਦੇ ਉੱਤੇ ਟਿੱਲਾ ਜੋਗੀਆਂ 'ਤੇ ਵੀ ਗਏ। ਉਸ ਤੋਂ ਇਲਾਵਾ ਉਹਨਾਂ ਨੇ ਮਤਲਬ ਕਹਿ ਲਵੋ ਤੁਸੀਂ ਕਿ ਬਹੁਤ
ਕਟਾਸ ਰਾਜ ਦੀ ਯਾਤਰਾ ਦਾ ਤਾਂ ਉਹਨਾਂ ਦਾ ਬਕਾਇਦਾ ਤੌਰ ਦੇ 'ਤੇ ਆਉਂਦਾ ਕਿ ਉਹ ਜਦੋਂ ਆ ਰਹੇ ਸੀ ਉਦਾਸੀ ਤੋਂ ਬਾਅਦ ਆ ਰਹੇ ਸੀ ਤੇ ਇੱਥੇ ਆ ਕੇ ਬੈਠੇ ਸੀ। ਇਸੇ ਕੁੰਡ ਇਹ ਪਿੱਛੇ ਨਾਲ ਕੁੰਡ ਹੈ ਔਰ ਇਹਦੇ ਕਿਨਾਰੇ ਤੇ ਬੈਠਾ ਸੀ। ਸੇਮ ਪਿਓਰ ਜਿਹੜਾ ਆਰਕੀਟੈਕਚਰ ਹੈ ਉਹ ਸਿੱਖ ਆਰਕੀਟੈਕਚਰ ਹੈ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਬਣੇ ਹੋਏ, ਕਿਉਂਕਿ ਇਹ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇੱਥੇ ਕਾਫੀ ਕੰਸਟਰਕਸ਼ਨ ਹੋਈ, ਜਿਸ ਤਰ੍ਹਾਂ ਕਿ 4 ਚੌਕੀਆਂ ਦੱਸੀਆਂ ਜਾਂਦੀਆਂ ਨੇ ਜਿਹੜੀਆਂ ਕਿ ਚਾਰੋਂ ਡਾਇਰੈਕਸ਼ਨ ਦੇ ਵਿੱਚ ਬਣੀਆਂ ਹੋਈਆਂ ਨੇ ਸਾਲਟ ਰੈਵਨਿਊ ਵਾਸਤੇ। ਪਿੱਛੇ ਇੱਕ ਹਵੇਲੀ ਮਿਲਦੀ ਹੈ ਜਿਹੜੀ ਕਿ ਜਨਰਲ ਹਰੀ ਸਿੰਘ ਨਲਵਾ ਦੇ ਨਾਲ ਮਸੂਬ ਹੈ, ਜਿਹਨੂੰ ਕਿ ਜਨਰਲ ਹਰੀ ਸਿੰਘ ਨਲਵਾ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ। ਤੇ ਸੋ ਇਸ ਤਰ੍ਹਾਂ ਇੱਕ ਮਿਕਸ ਹਿਸਟਰੀ ਮਿਲਦੀ ਹੈ ਤੁਹਾਨੂੰ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਇੱਥੇ ਬ੍ਰਿਟਿਸ਼ ਦੀ ਵੀ ਰਹੀ ਹੈ। ਸਭ ਤੋਂ ਜ਼ਿਆਦਾ ਪਵਿੱਤਰਤਾ ਜਿਹੜੀ ਮੰਨੀ ਜਾਂਦੀ ਹੈ ਉਹ ਇੱਥੇ ਮਹਾਦੇਵ ਦੇ ਅਥਰੂਆਂ ਦੀ ਵਜ੍ਹਾ ਨਾਲ ਇਸ ਜਗ੍ਹਾ ਨੂੰ ਕਟਾਸ ਰਾਜ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਰਾਮਾ ਚੰਦਰਾ ਮੰਦਿਰ ਹੈ, ਉਸ ਤੋਂ ਇਲਾਵਾ ਕਾਫੀ ਸ਼ਿਵ ਮੰਦਿਰ ਹੈ ਏਂਸ਼ੀਅੰਟ। ਤੇ ਇਸ ਤਰ੍ਹਾਂ ਤੁਸੀਂ ਕਹਿ ਲਵੋ ਕਿ ਜਿਹੜਾ ਤੁਸੀਂ ਅਗਰ ਦੇਖੋ ਤੇ ਇਹ ਖਾਲੀ ਹਿੰਦੂਇਜ਼ਮ ਵਾਸਤੇ ਨਹੀਂ, ਸਿੱਖੀਜ਼ਮ ਵਾਸਤੇ ਵੀ ਇਹ ਜਗ੍ਹਾ ਬਹੁਤ ਪਵਿੱਤਰ ਹੈ। ਔਰ ਜਦੋਂ ਵੀ ਤੁਸੀਂ ਪਾਕਿਸਤਾਨ ਜਿਸ ਤਰ੍ਹਾਂ ਨਵਰਾਤਰੀ ਜਾਂ ਸ਼ਿਵਰਾਤਰੀ ਵਾਸਤੇ ਹਿੰਦੂ ਭੈਣਾਂ ਭਰਾ ਆਉਂਦੇ ਨੇ ਯਾਤਰਾ ਕਰਨ ਵਾਸਤੇ, ਇਸੇ ਤਰ੍ਹਾਂ ਜਦੋਂ ਤੁਸੀਂ ਪਾਕਿਸਤਾਨ ਆਇਆ ਕਰੋ ਤਾਂ ਉਸ ਵੇਲੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਯਾਤਰਾ ਜਿਹੜੀ ਹੈ ਉਹ ਇਸ ਥਾਂ ਦੀ ਵੀ ਕੀਤਾ ਕਰੋ ਤਾਂ ਕਿ ਇੱਥੇ ਦੀ ਜਿਹੜੀ ਰੌਣਕ ਹੈ ਤੁਹਾਡੀ ਵਜ੍ਹਾ ਨਾਲ ਵੱਧ ਸਕੇ। ਔਰ ਇੱਥੇ ਤੁਸੀਂ ਉਹ ਸਿਟਿੰਗ ਪਲੇਸਿਸ ਜਿਹੜੀਆਂ ਕਿ ਪਹਿਲੀ ਪਾਤਸ਼ਾਹੀ ਨਾਲ ਜੁੜੀਆਂ ਹੋਈਆਂ ਨੇ, ਜਨਰਲ ਹਰੀ ਸਿੰਘ ਨਲਵਾ ਨਾਲ ਜੁੜੀਆਂ ਹੋਈਆਂ ਨੇ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਵੀ ਆ ਕੇ ਦੇਖੋ। ਆਪਣਾ ਕਹਿਣ ਦਾ ਮਕਸਦ ਹੈ, ਆਪਾਂ ਗੱਲ ਅੱਜ ਸਾਰਾ ਦਿਨ ਕੀਤੀ ਹੈ ਕਿ ਇਹਦੇ ਮੁਤਲਕ ਭਾਈ ਧਨਾ ਸਿੰਘ ਦੇ ਬਾਰੇ 'ਚ ਕੀਤੀ ਹੈ ਕਿ ਭਾਈ ਧਨਾ ਸਿੰਘ ਜਿਹੜੇ ਨੇ ਉਹ ਇੱਥੇ 1934 ਦੇ ਵਿੱਚ ਇੱਥੇ ਆਏ ਸਨ ਔਰ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਕਿਹਾ ਕਿ ਕੁੰਭ ਦਾ ਮੇਲਾ ਲੱਗਾ ਹੋਇਆ ਸੀ ਔਰ ਇੱਥੇ ਸੁਥਰਾ ਸ਼ਾਹੀ ਜਿਹੜੇ ਸਨ, ਠੀਕ ਹੈ ਜੀ, ਸੁਥਰਾ ਸ਼ਾਹੀ ਸਾਧੂ ਜਿਹੜੇ ਸਨ ਉਹ ਇੱਥੇ ਬੈਠੇ ਹੁੰਦੇ ਸਨ। ਔਰ ਪਰ ਉਹਨਾਂ ਕੋਲੋਂ ਹੀ ਪਤਾ ਲੱਗਾ ਉਹਨਾਂ ਨੂੰ ਕਿ ਵੀ ਇਹ ਜਗ੍ਹਾ ਜਿਹੜੀ ਹੈ ਉਹ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਹੋਈ ਹੈ। ਤੇ ਇਸ ਚੀਜ਼ ਨੂੰ ਅਗਰ ਤੁਸੀਂ ਦੁਬਾਰਾ ਕਲੀਅਰ ਕਰਨਾ ਚਾਹੁੰਦੇ ਹੋ, ਫਿਰ ਇੱਕ ਵਾਰੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਭਾਈ ਧਨਾ ਸਿੰਘ ਦਾ ਜਿਹੜਾ ਸਾਈਕਲ ਤੀਰਥ ਯਾਤਰਾ ਹੈ ਉਹਨੂੰ ਤੁਸੀਂ ਪੜ੍ਹੋ, ਪੇਜ ਨੰਬਰ 776 ਦੇ ਉੱਤੇ ਤੁਹਾਨੂੰ ਮਿਲੇਗੀ। ਟੋਟਲ ਬੁੱਕ ਦੇ ਪੰਨੇ ਜਿਹੜੇ ਨੇ ਉਹ 940 ਨੇ। ਔਰ ਭਾਈ ਧਨਾ ਸਿੰਘ ਜਿਹੜੇ ਸਨ ਉਹ ਸੰਗਰੂਰ ਦੇ ਰਹਿਣ ਵਾਲੇ ਸਨ। ਉਹਨਾਂ ਦੀ ਡੈਥ ਜਿਹੜੀ ਸੀ ਉਹ ਕਿੱਥੇ ਹੋਈ ਸੀ? ਬਨੂ। ਹਾਂਜੀ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਜਦੋਂ ਦਿਖਾਉਂਦੇ ਹਾਂ ਤਾਂ ਸਾਰੀਆਂ ਚੀਜ਼ਾਂ ਦੇ ਬੇਸਿਕਲੀ ਜਿਹੜੇ ਫੈਕਟਸ ਹੁੰਦੇ ਨੇ ਸਭ ਤੋਂ ਪਹਿਲੇ ਉਹਨਾਂ ਦੇ ਮੁਤਲਕ ਦੱਸਿਆ ਜਾਂਦਾ ਕਿ ਫੈਕਟਸ ਕਿਸ ਤਰ੍ਹਾਂ ਨੇ। ਅਗਰ ਤੁਸੀਂ ਸਿੱਖ ਆਰਕੀਟੈਕਚਰ ਜਿਹੜਾ ਹੈ ਉਹਨੂੰ ਅਗਰ ਤੁਸੀਂ ਦੇਖੋ ਤਾਂ ਉਹਦੇ ਵਿੱਚ ਬਾਰਹਾ ਜਗ੍ਹਾ ਦੇ ਉੱਤੇ 4 ਪਾਸੇ ਜਿਹੜੇ ਨੇ ਖੁੱਲ੍ਹੇ ਹੋਏ ਉਹਨਾਂ ਦੇ ਮੁਤਲਕ ਗੱਲ ਕੀਤੀ ਜਾਂਦੀ ਹੈ। ਤੇ ਅਗਰ ਤੁਸੀਂ ਇਸ ਜਗ੍ਹਾ ਨੂੰ ਵੀ ਦੇਖੋ ਤੇ ਇਸ ਜਗ੍ਹਾ ਦੇ ਉੱਤੇ ਵੀ 4 ਦਰ ਨੇ, ਠੀਕ ਹੈ ਜੀ, 4 ਡੋਰਸ ਨੇ ਇਹਦੇ ਅੰਦਰ ਦੇ, ਠੀਕ ਹੈ ਜੀ। ਦੇਖੋ 4 ਡੋਰਸ ਨੇ। ਜਿਹੜਾ ਐਂਸ਼ੀਅੰਟ ਇਹਦੇ ਅੰਦਰ ਜਿਹੜਾ ਹੋਇਆ ਸੀ, ਜਿਹੜਾ ਪੁਰਾਣਾ ਚਿੱਤਰਕਾਰੀ ਸੀ, ਵਾਲ ਆਰਟ ਸੀ, ਵਾਲ ਫ੍ਰੈਸਕੋ ਸੀ, ਉਹ ਖਤਮ ਹੋ ਚੁੱਕਿਆ ਹੈ। ਠੀਕ ਹੈ ਜੀ। ਡੇਲੀ ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਨੇ ਉਹ ਆਉਂਦੇ ਨੇ। ਇਹਦੇ 'ਚ ਗਵਰਨਮੈਂਟ ਬਹੁਤ ਹੀ ਜ਼ਿਆਦਾ ਇੱਥੇ ਖਰਚਾ ਕਰ ਰਹੀ ਹੈ, ਬਟ ਇਹਦਾ ਹਲੇ ਤੱਕ ਕੋਈ ਟਿਕਟ ਵਿਜ਼ਿਟ ਕਰਨ ਦਾ ਨਹੀਂ ਹੈ। ਤਮਾਮ ਦਾ ਤਮਾਮ ਆਰਕੀਟੈਕਚਰ ਜਿੰਨਾ ਵੀ ਹੈ ਪੋਰਸ ਸਟੋਨ ਦੇ ਨਾਲ ਬਣਿਆ ਹੋਇਆ, ਠੀਕ ਹੈ ਜੀ, ਫੋਸਲ ਸਟੋਨ ਜਿਹਨੂੰ ਕਿਹਾ ਜਾਂਦਾ ਹੈ। ਇੱਕ ਹੋਰ ਦੇਖੋ, ਰਹਿਤ ਮਰਿਆਦਾ ਜਿਹੜੀ 4 ਡੋਰਸ ਦੀ ਹੈ, 4 ਡਾਇਰੈਕਸ਼ਨ, 4 ਸਾਈਡ, ਐਨੀਵਨ ਕੈਨ ਟੂ ਇੰਟਰ ਫਰੋਮ ਐਨੀ ਸਾਈਡ, ਜਿਹੜਾ ਉਹ ਕਨਸੈਪਟ ਹੈ ਉਹ ਵੀ ਤੁਹਾਨੂੰ ਇੱਥੇ ਪ੍ਰੂਫ ਹੁੰਦਾ ਹੈ, ਠੀਕ ਹੈ ਜੀ। ਤੇ ਇਹ ਚੀਜ਼ ਜਿਹੜੀ ਹੈ ਉਹ ਵੀ ਦੱਸਣਾ ਜ਼ਰੂਰੀ ਸੀ ਕਿ ਇਹ ਨਾਲ ਤੁਸੀਂ ਦੇਖੋ ਥੱਲੇ ਕੁੰਡ ਹੈ, ਠੀਕ ਹੈ ਜੀ। ਆਪਾਂ ਕੋਈ ਕਿਸੇ ਦੀ ਕਹਿ ਲਵੋ ਕਿ ਇਹ ਨਹੀਂ ਕਰਦੇ ਕਿ ਵੀ ਕਿਸੇ ਨੂੰ ਇਹ ਨਾ ਦੱਸਿਆ ਹੋਵੇ ਕਿ ਨਾਲ ਰੈਫਰੈਂਸਿਸ ਨਾ ਦਿੱਤੇ ਹੋਏ। ਤੇ ਈਸਟਰਨ ਕਾਰਨਰ ਜਿਹੜਾ ਹੈ ਬਣਦਾ ਉਹ ਇਹੀ ਬਣਦਾ ਔਰ ਉਹਦੇ 'ਤੇ ਤੁਸੀਂ ਜਿਹੜੀ ਉਹਨਾਂ ਦੀ ਬੁੱਕ ਹੈ ਉਹਦਾ ਰੈਫਰੈਂਸ ਹੈ, ਪੰਨਾ ਨੰਬਰ ਆਪਾਂ ਬਾਰ-ਬਾਰ ਤੁਹਾਨੂੰ ਤੇ ਦੱਸ ਰਹੇ ਹਾਂ, 776 ਨੰਬਰ ਪੰਨਾ ਹੈ ਜੀ। 940 ਟੋਟਲ ਪੰਨੇ ਨੇ ਬੁੱਕ ਦੇ। ਉਹ ਸਾਹਮਣੇ ਅਗਰ ਗੋਲ ਗੁੰਬਦ ਵਾਲੀ ਤੁਸੀਂ ਬਿਲਡਿੰਗ ਅਗਰ ਦੇਖੋ ਤੇ ਉਸ ਜਗ੍ਹਾ ਦੇ ਉੱਤੇ ਅਗਰ ਤੁਸੀਂ ਦੇਖਦੇ ਹੋ ਤੇ ਇਹਦੇ ਵਿੱਚ ਤੁਹਾਨੂੰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਔਰ ਦੂਸਰੀਆਂ ਚਿੱਤਰਕਾਰੀਆਂ ਮਿਲਦੀਆਂ ਨੇ, ਠੀਕ ਹੈ ਜੀ, ਜੋ ਕਿ ਬਹੁਤ ਹੀ ਵਧੀਆ ਹਾਲਤ ਵਿੱਚ ਨੇ, ਜਿਹਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ। ਅਗਰ ਕੋਈ ਦੇਖਣਾ ਚਾਹੇ ਤਾਂ ਅਸੀਂ ਦੁਬਾਰਾ ਰੀਪੋਸਟ ਕਰ ਸਕਦੇ ਹਾਂ। ਇਹ ਪਵੇਲੀਅਨ ਜਿਹੜਾ
ਇਸ ਲਈ ਇਹ ਤੁਸੀਂ ਕਹੋ ਕਿ ਵੀ ਜਿੰਨਾ ਕਟਾਸ ਰਾਜ ਅਗਰ ਹਿੰਦੂ ਮਤ ਵਾਸਤੇ ਮੁਕੱਦਸ ਹੈ, ਓਨਾ ਹੀ ਸਿੱਖ ਪੰਥ ਵਾਸਤੇ ਵੀ ਮੁਕੱਦਸ ਹੈ। ਤੁਸੀਂ ਜਦੋਂ ਵੀ ਪਾਕਿਸਤਾਨ ਆਓ ਤੇ ਉਸ ਵੇਲੇ ਤੁਸੀਂ ਜ਼ਰੂਰ ਪਾਕਿਸਤਾਨ ਆ ਕੇ ਤੇ ਇਸ ਜਗ੍ਹਾ ਦੇ ਦਰਸ਼ਨ ਕੀਤਾ ਕਰੋ, ਜਿਹੜੀ ਕਿ ਕਹਿ ਲਓ ਸ਼ਿਵ ਮੰਦਿਰ ਦੇ ਬਿਲਕੁਲ ਥੱਲੇ ਤੁਹਾਨੂੰ ਜਗ੍ਹਾ ਨਜ਼ਰ ਆਉਂਦੀ ਹੈ, ਬਾਰਾਦਰੀ ਨਜ਼ਰ ਆਉਂਦੀ ਹੈ। ਠੀਕ ਹੈ ਜੀ। ਕਿਉਂਕਿ ਬਹੁਤ ਜ਼ਿਆਦਾ ਸਾਰੇ ਲੋਕ ਮੈਨੂੰ ਪੁੱਛਦੇ ਨੇ ਕਿ ਵੀ ਤੁਸੀਂ ਕਾਫੀ ਜਗ੍ਹਾ ਨੂੰ ਜਿਹੜਾ ਉਹ ਜੋੜਦੇ ਹੋ ਸਿੱਖੀਜ਼ਮ ਦੇ ਨਾਲ। ਦੇਖੋ ਬੇਸਿਕਲੀ ਫੈਕਟਸ ਜਿਹੜੇ ਨੇ, ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਮਿਸਾਲ ਦਿੱਤੀ ਹੈ ਟਿੱਲਾ ਜੋਗੀਆਂ ਦੀ, ਠੀਕ ਹੈ ਜੀ। ਅਗਰ ਟਿੱਲਾ ਜੋਗੀਆਂ ਦੀ ਦੇਖੋ ਤਾਂ 9 ਨਾਥਾਂ ਦੇ ਜਿਹੜੇ ਉੱਥੇ ਅਗਰ ਟੈਂਪਲ ਨੇ ਜਾਂ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੀਆਂ ਸਮਾਧੀਆਂ ਵੀ ਉੱਥੇ ਮੌਜੂਦ ਨੇ, ਤੇ ਉਸ ਜਗ੍ਹਾ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਦੀ ਵੀ 2 ਪਲੇਸਿਸ ਜਿਹੜੀਆਂ ਮਿਲਦੀਆਂ ਨੇ। ਇਸੇ ਤਰ੍ਹਾਂ ਹੀ ਐਂਸ਼ੈਂਟ ਅਗਰ ਹਿਸਟਰੀ ਤੁਹਾਨੂੰ ਮਿਲਦੀ ਹੈ ਤੇ ਲੇਟਰ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਤੁਹਾਨੂੰ ਸਿੱਖੀਜ਼ਮ ਦੇ ਜਿਹੜੇ ਫੁੱਟ ਸਟੈਪਸ ਨੇ ਉਹ ਵੀ ਮਿਲਦੇ ਨੇ। ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਇੱਥੇ ਜਿਹੜੀਆਂ ਚੌਕੀਆਂ ਨੇ, ਜਨਰਲ ਹਰੀ ਸਿੰਘ ਨਲਵਾ ਦਾ ਮਿਊਜ਼ੀਅਮ ਹੈ। ਇਸੇ ਤਰ੍ਹਾਂ ਹੀ ਇਹ ਬਾਰਾਦਰੀ ਜਿਹੜੀ ਹੈ ਉਹ ਬਹੁਤ ਮੁਕੱਦਸ ਹੈ, ਕਿਉਂਕਿ ਇਸ ਜਗ੍ਹਾ ਦੇ ਉੱਤੇ, ਇਸ ਜਗ੍ਹਾ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਸਨ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਕਟਾਸ ਰਾਜ। ਕਟਾਸ ਰਾਜ ਦੇ ਵਿੱਚ ਅਸੀਂ ਭਾਈ ਤਾਨਾ ਸਿੰਘ ਦਾ ਅਕਾਊਂਟ ਜਿਹੜਾ ਹੈ ਉਹਨੂੰ ਅੱਜ ਵੈਰੀਫਾਈ ਕੀਤਾ ਤਾਰੀਖੀ ਪੰਨਿਆਂ ਦੇ ਨਾਲ। ਉਮੀਦ ਕਰਦੇ ਹਾਂ ਕਿ ਇਹ ਐਪੀਸੋਡ ਤੁਹਾਨੂੰ ਅੱਜ ਪਸੰਦ ਆਇਆ ਹੋਵੇਗਾ, ਔਰ ਇਹ ਸਾਰੀ ਦੀ ਸਾਰੀ ਕਵਰੇਜ ਜਿਹੜੀ ਹੈ ਅਸੀਂ ਕਰ ਰਹੇ ਹਾਂ ਤਾਵਨ ਦੇ ਨਾਲ, ਰੇਡੀਓ ਸਾਡੇ ਵਾਲਾ 87.8 FM ਆਕਲੈਂਡ ਨਿਊਜ਼ੀਲੈਂਡ ਤੋਂ, ਔਰ ਕ੍ਰਾਈਸਟਚਰਚ ਤੋਂ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਥੈਂਕਸ ਟੂ ਐਵਾਕੂਟਰਸ ਪ੍ਰਾਪਰਟੀ ਬੋਰਡ, ਥੈਂਕ ਯੂ ਟੂ ਕਹਿ ਲਓ ਤੁਸੀਂ ਕਿ ਹਿੰਦੂ ਬੋਰਡ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇੰਨੇ ਸੋਹਣੇ ਤਰੀਕੇ ਨਾਲ ਕੇਅਰ ਕੀਤੀ ਜਾ ਰਹੀ ਹੈ। ਫਰਾਜ਼ ਸਾਹਿਬ ਜਿਹੜੇ ਨੇ ਡੀਲ ਕਰਦੇ ਨੇ ਇਸ ਜਗ੍ਹਾ ਨੂੰ, ਮੈਂ ਕਹਿੰਦਾ ਕਿ ਸੱਚ ਅਮੇਜ਼ਿੰਗ ਪਰਸਨੈਲਿਟੀ। ਇੰਟਰਫੇਥ ਹਾਰਮਨੀ ਦੇ ਉੱਤੇ ਅਗਰ ਕਿਸੇ ਦਾ ਤੁਸੀਂ ਨਾਮ ਸੁਣਨਾ ਜਾਂ ਕੰਮ ਦੇਖਣਾ ਤੇ ਉਹ ਸੈਯਦ ਫਰਾਜ਼ ਸਾਹਿਬ ਜਿਹੜੇ ਨੇ ਬਹੁਤ ਹੀ ਉੱਤੇ ਨੇ। ਤੇ ਨਾਲ ਹੀ ਨਾਲ ਸਾਡੇ ਐਡੀਸ਼ਨਲ ਸੈਕਟਰੀ ਜਿਹੜੇ ਨੇ ਤਾਰਿਕ ਵਜ਼ੀਰ ਸਾਹਿਬ, ਔਰ ਨਾਲ ਹੀ ਨਾਲ ਚੇਅਰਮੈਨ ਜਿਹੜੇ ਨੇ ਡਾਕਟਰ ਆਮਿਰ ਸਾਹਿਬ, ਮੈਂ ਕਹਾਂਗਾ ਕਿ ਅਮੇਜ਼ਿੰਗ। ਇਹ ਬਹੁਤ ਹੀ ਇਸ ਦੌਰ ਦੇ ਵਿੱਚ ਜਿੰਨਾ ਮਿਨੋਰਟੀ ਵਾਸਤੇ ਕੰਮ ਕੀਤਾ ਜਾ ਰਿਹਾ ਸ਼ਾਇਦ ਹੀ ਕਿਸੇ ਦੌਰ ਦੇ ਵਿੱਚ ਕੀਤਾ ਜਾ ਰਿਹਾ ਹੋਵੇ। ਤੇ ਰੱਬ ਰਾਖਾ, ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਹਿਸਟੋਰੀਕਲ ਫੈਕਟਸ ਦੇ ਨਾਲ।